ਜਦੋਂ ਪਿਓ ਜਿਹੜਾ ਜਵਾਨ ਕੁੜੀ ਨਾਲ ਵਿਆਹ ਕਰੇਗਾ, ਜ਼ਾਹਿਰੀ ਗੱਲ ਹੈ ਪੁੱਤਰ ਨੂੰ ਤੇ ਗੁੱਸਾ ਆਵੇਗਾ। ਪੁੱਤਰ ਪਿਓ ਦੀ ਇਸ ਤਰ੍ਹਾਂ ਦੀ ਲੜਾਈ ਹੋਈ ਕਿ ਸਾਰੇ ਬੰਦੇ ਤਮਾਸ਼ਾ ਤੱਕਦੇ ਰਹਿ ਗਏ। ਹੋਰ ਛੱਡ ਕੇ ਦੁਬਈ ਜਿਹੜੇ ਡੇਰੇ ਤੇ ਮੁੰਡੇ ਰਹਿੰਦੇ ਸੀ ਉਹਨਾਂ ਵੀ ਰੱਜ ਕੇ ਤਮਾਸ਼ਾ ਦੇਖਿਆ। ਅੰਕਲ ਹੋਰੀ ਜਿਹੜਾ ਉਹ ਦੁਬਈ ਹੁੰਦੇ ਸੀ, ਬੜੇ ਸੋਹਣੇ ਸੈੱਟ ਆਏ। ਉਹਨਾਂ ਦੀ ਬੀਵੀ ਜਿਹੜੀ ਆ ਉਹ ਫੌਤ ਹੋ ਗਈ ਸੀ, ਪਿੱਛੇ 2 ਕੁੜੀਆਂ ਤੇ 1 ਮੁੰਡਾ ਆ। ਬੜੀ ਉਹਨਾਂ ਦੀ ਟੈਨਸ਼ਨ ਲੈਂਦੀ ਸੀ, ਕਿਸੇ ਦੀ ਸ਼ਾਦੀ ਕੋਈ ਨਹੀਂ ਸੀ ਹੋਈ। ਭੈਣਾਂ ਪਿੱਛੋਂ ਸ਼ਿਕਾਇਤ ਲਾਉਂਦੀਆਂ ਰਹਿੰਦੀਆਂ ਸੀ ਕਿ ਅੱਬਾ ਜੀ ਜਿਹੜਾ ਭਰਾ ਵਾ ਉਹ ਘਰ ਕੋਈ ਨਹੀਂ ਖਲੋਂਦਾ, ਸਾਰਾ ਦਿਨ ਬਾਹਰ ਫਿਰਦਾ ਰਹਿੰਦਾ ਹੈ। ਅੱਬੇ ਹੋਰੀ ਜਿਸ ਵੇਲੇ ਫੋਨ ਕਰਦੇ ਸੀ ਬੜਾ ਉਹਨੂੰ ਝਿੜਕਦੇ ਸੀ, ਕਹਿੰਦੇ ਮੈਂ ਤੇਰੇ ਵਾਸਤੇ ਖਰਚਾ ਕੋਈ ਨਹੀਂ ਟੋਰਨਾ, ਨਾ ਤੇਰੇ ਵੱਲ ਪੈਸੇ ਟੋਰਨੇ ਨੇ, ਜੇ ਤੂੰ ਚੁੱਪ ਕਰਕੇ ਘਰ ਨਾ ਬੈਠਾ। ਤੇ ਉਹ ਗੱਲ ਫੇਰ ਵੀ ਕੋਈ ਨਹੀਂ ਸੀ ਸੁਣਦਾ। ਉੱਥੇ ਮੁੰਡੇ ਜਿਹੜੇ ਡੇਰੇ ਤੇ ਰਹਿੰਦੇ ਸੀ ਉਹ ਅਕਸਰ ਮਸ਼ਵਰੇ ਦਿੰਦੇ, ਅੰਕਲ ਜੀ ਨਾ ਟੈਨਸ਼ਨ ਲਵਿਆ ਕਰੋ, ਮੁੰਡੇ ਨੂੰ ਨਾ ਝਿੜਕਿਆ ਕਰੋ, ਮੁੰਡਾ ਤੁਹਾਡਾ ਜਵਾਨ। ਉਹਨੇ ਕਿਹਾ ਯਾਰ ਮੈਂ ਕੀ ਕਰਾਂ, ਮੇਰੀ ਗੱਲ ਨਹੀਂ ਸੁਣਦਾ। ਉਹਨਾਂ ਕਿਹਾ ਅੰਕਲ ਜੀ ਕਿਤਨੀ ਕੁ ਉਹਦੀ ਉਮਰ ਹੋ ਗਈ? ਉਹਨੇ ਕਿਹਾ ਯਾਰ ਇਹਦੀ ਉਮਰ ਤਕਰੀਬਨ 22 ਸਾਲ ਹੋ ਗਈ। ਉਹਨਾਂ ਕਿਹਾ ਅੰਕਲ ਜੀ ਅਗਰ 22 ਸਾਲ ਦੀ ਉਮਰ ਹੋ गई है तो एक बार जाओ पाकिस्तान चक्कर लाओ, जाके दी शादी करके आओ। उन्हें कहा यार शादी की फिर भी ने केड़ा कोई काम काज करना? उन्हें कहा अंकल जी एक बार शादी करो तो अपने आप ही ठीक हो जाएगा। उन्हें कहा चलो ठीक है। अंकल टिकट कराई तो पाकिस्तान टुर गए। पाकिस्तान जाके अगू पिछू रिश्ता तकना शुरू करता। मुड़े नूं कोना दस्या कि असीं तेरे वास्ते रिश्ता पे तकने आ। है जिसले रिश्ता तकिया, एक रिश्ता नज़र च आया। अंकल आपू वालतरा कुड़ी तकी भी नहीं सी है। उन्हें आख्या जी ठीक है मैनू मंजूर है रिश्ता। उन्हें जनाब ਜਿਹੜੇ ਸਾਰੀ ਆਸ਼ਾ ਕਰ ਦਿੱਤੀ, ਮੁੰਡੇ ਦੀ ਜਿਹੜੀ ਆ ਉਹਦੇ ਨਾਲ ਸ਼ਾਦੀ ਕਰਾ ਦਿੱਤੀ ਕਿ ਮੁੰਡਾ ਠੀਕ ਹੋ ਜਾਏਗਾ। ਮੁੰਡਾ ਜਿਹੜਾ ਵਾਕਈ ਆਪਣੀ ਜ਼ਨਾਨੀ ਨਾਲ ਲੱਗ ਗਿਆ, ਕੋਈ ਉਹਨੂੰ ਟੈਨਸ਼ਨ ਕੋਈ ਨਹੀਂ ਸੀ, ਬੜਾ ਖੁਸ਼ ਹੈ ਆਪਣੀ ਜ਼ਨਾਨੀ ਨਾਲ। ਲੇਕਿਨ ਕਰਦਿਆਂ ਕਰਾਇਆ ਤੁਹਾਨੂੰ ਪਤਾ ਜ਼ਨਾਨੀਆਂ ਜਿਹੜੀਆਂ ਨੇ ਉਹ ਗੱਲਾਂ ਲਾ ਲੈਂਦੀਆਂ ਨੇ। ਅੰਕਲ ਜਿਸ ਵੇਲੇ ਵਾਪਸ ਦੁਬਈ ਆ ਗਏ ਨੇ, ਪਿੱਛੋਂ ਭੈਣਾਂ ਸ਼ਿਕਾਇਤ ਲਾਉਂਦੀਆਂ ਸੀ ਕਿ ਹਮੇਸ਼ਾ ਆਪਣੇ ਕਮਰੇ 'ਚ ਵੜਿਆ ਰਹਿੰਦਾ, ਆਪਣੀ ਜ਼ਨਾਨੀ ਦੀ ਸੁਣਦਾ ਤੇ ਸਾਡੇ ਕੋਲੋਂ ਕੰਮ ਕਰਾਉਂਦਾ ਰਹਿੰਦਾ। ਅੰਕਲ ਹੋਰੀ ਫੇਰ ਉਹਨੂੰ ਗੁੱਸਾ ਕਰਦੇ। ਉਹਨੇ ਕਿਹਾ ਪੁੱਤਰ ਤੂੰ ਕੋਈ ਕਮਾ ਤੇ ਆਪਣੀ ਜ਼ਨਾਨੀ ਨੂੰ ਲਿਆ ਕੇ ਦੇ, ਇਸ ਤਰ੍ਹਾਂ ਕੰਮ ਨਹੀਂ ਚੱਲੇਗਾ ਜੇ ਤੂੰ ਭੈਣਾਂ ਨੂੰ ਸਤਾਏਗਾ। ਉਹ ਫੇਰ ਵੀ ਗੱਲ ਕੋਈ ਨਹੀਂ ਸੀ ਸੁਣਦਾ। ਉੱਥੇ ਜਿਹੜੇ ਮੁੰਡੇ ਰਹਿੰਦੇ ਸੀ ਉਹਨਾਂ ਆਖਿਆ ਅੰਕਲ ਜੀ ਗੱਲ ਸੁਣੋ ਕਿ ਤੁਸੀਂ ਸ਼ਾਦੀ ਕਿਉਂ ਨਹੀਂ ਕਰਦੇ? ਉਹਨੇ ਕਿਹਾ ਯਾਰ ਮੈਂ ਸ਼ਾਦੀ ਕਰਕੇ ਕੀ ਕਰਨੀ ਹੈ, ਮੈਂ ਸ਼ਾਦੀ ਨਹੀਂ ਕਰ ਸਕਦਾ, ਮੇਰੀਆਂ 2 ਬੱਚੀਆਂ ਨੇ ਜਵਾਨ ਘਰ, ਮੈਂ ਹੁਣ ਉਹਨਾਂ ਦੀ ਸ਼ਾਦੀ ਦਾ ਸੋਚਾਂਗਾ, ਆਪਣੀ ਸ਼ਾਦੀ ਤੇ ਨਹੀਂ ਮੈਂ ਕਰ ਦੂੰਗਾ। ਆਖਿਆ ਅੰਕਲ ਜੀ ਗੱਲ ਸੁਣੋ, ਤੁਸੀਂ ਇਹ ਠੀਕ ਠਾਕ ਹੋ, ਐਡੇ ਬੁੱਢੇ ਤੁਸੀਂ ਨਹੀਂ ਹੋਏ, ਬਿਹਤਰ ਇਹ ਹੈ ਕਿ ਤੁਸੀਂ ਵੀ ਹੁਣ ਸ਼ਾਦੀ ਕਰ ਲਓ, ਭਲਕੇ ਤੁਸੀਂ ਕੁੜੀਆਂ ਵਿਆਹ ਦਿਓਗੇ, ਮੁੰਡਾ ਤੁਹਾਡਾ ਹੁਣ ਹੀ ਤੁਹਾਨੂੰ ਤੰਗ ਕਰਦਾ ਤੇ ਬਾਅਦ ਤੁਹਾਡੀ ਕੀ ਸੂਰਤ ਹਾਲ ਹੋਵੇ। ਉਹਨੇ ਕਿਹਾ ਯਾਰ ਮੈਨੂੰ ਹੁਣ ਕਿਸੇ ਨੇ ਰਿਸ਼ਤਾ ਦੇਣੇ ਨਹੀਂ। ਉਹ ਨਾਲ ਇੱਕ ਡੇਰੇ ਤੇ ਜਵਾਨ ਰਹਿੰਦੇ। ਉਹਨੇ ਕਿਹਾ ਅੰਕਲ ਜੀ ਗੱਲ ਸੁਣੋ, ਜੇ ਮੈਂ ਤੁਹਾਡਾ ਰਿਸ਼ਤਾ ਕਰਾ ਦਿਆਂ ਤੇ? ਉਹਨੇ ਆਖਿਆ ਜੇ ਤੂੰ ਰਿਸ਼ਤਾ ਕਰਾ ਦੇ ਤੇ ਯਾਰ ਮੈਂ ਕਰ ਲਾਂਗਾ। ਸਾਰੇ ਉੱਥੇ ਮਜ਼ਾਕ ਡਾਂਦੇ ਰਹਿੰਦੇ ਸੀ। ਉਹ ਜਿਸ ਵੇਲੇ ਪਾਕਿਸਤਾਨ ਜ਼ਾਹਿਰੀ ਗੱਲ ਹੈ ਗੱਲ ਕਰਦਾ ਸੀ ਉਹਨੂੰ ਗੁੱਸਾ ਤੇ ਆਉਂਦਾ। ਅੰਕਲ ਵੀ ਸੋਚਿਆ ਕਿ ਵਾਕਈ ਮੈਂ ਸ਼ਾਦੀ ਕਰ ਲਾਂ, ਮੁੰਡਾ ਤੇ ਕਾਬੂ 'ਚ ਹੈ ਕੋਈ ਨਹੀਂ, ਅੱਗੋਂ ਦੋਵਾਂ ਬੱਚੀਆਂ ਦੀ ਸ਼ਾਦੀ ਕਰ ਦੇਣੀ ਹੈ ਤੇ ਮੈਂ ਕਿਸ ਪਾਸੇ ਜਾਵਾਂਗਾ? ਉਹਨੇ ਆਖਿਆ ਜੀ ਠੀਕ ਹੈ ਅਗਰ ਕੋਈ ਰਿਸ਼ਤਾ ਹੈ ਤੇ ਦੱਸੋ, ਮੇਰਾ ਆਪਣਾ ਮਕਾਨ ਹੈ ਉੱਥੇ ਪਾਕਿस्तान चंगा सोहना बने, उत्थे कोई पैसे शैसे मेरे अकाउंट च पे ने। उन्हें आख्या अंकल जी तुसी पाकिस्तान जाना ना तो तुसी इंज करो, जाओ उन्होंने कार जाके तक। उन्हें कहा यार गाल सुन मैं शादी करन ते तैयार हाँ, मैं इंज चाहना कि मैं सीधा इत्थों जा उन्होंने कार जा निकाह करके ते उन्होंने जिहड़ा मैं अपने घर लै जाऊँ। उन्हें आख्या जी अंकल जी जिस तरह तुहाडी मर्जी, मैं उन्होंने नाल गल कीती है वो राजी ने बिल्कुल। अंकल जनाब उन्हें एड्रैस दिता, गलबात कराई फोन ते। वो जनाब बजाते खुद अंकल नूं एयरपोर्ट ते लैण आए सी। जिसले अंकल नूं एयरपोर्ट तो लैण, अंकल होरी कालफ शालफ ला के मुच्छां भी तो बड़े तैयार श्यार हो के गए सी। उन्होंने पता सी कि मैं शादी करनी है अपने घर, ना अपने मुंडे नूं दस्सिया सी ना अपनियां दोवां कुड़ियां नूं दस्सिया सी। वो जनाब सीधे उन्हां दे घर टुर गए। जिसले उत्थे गए जनाब उन्हां रोटी शोटी खवा ली, अंकल आराम सकून नाल रोटी खाधी। उस तो बाद जिसले उन्हां कुड़ी सामने लियांदी ते कुड़ी जिहड़ी है बिल्कुल जवान 24-25 सालां दी, मोटियां उहदी अखां ते चिट्टा सफेद उहदा रंग। ते अंकल ताके खुश हो गए कि इतनी सोहनी कुड़ी जिहड़ी है उहदे नाल मेरी शादी होने ली है। अंकल बड़े परेशान। आख्या वाकई ऐसे कुड़ी नाल मेरी शादी? उन्हें आख्या जी बिल्कुल जिहड़ा ऐसे कुड़ी दी जिहड़ी असां शादी करनी है। वो जनाब राजी हो गए। उन्हें अंकल दा निकाह करा दिता। अंकल कोई शै ना उन्होंने घरों लई। उन्हें आख्या जी मैनूं बस कुड़ी चाहिदी है, मैनूं होर नाल जेवर शेवर कोई शै नहीं चाहिदी, मैं उत्थे दुबई चंगा भला सैट हाँ ते घर बूआ मेरा अपना है, तुसीं बस कुड़ी टोरन वाली गल करो। अंकल 2-3 दिहाड़े ते पहले उत्थे ही रहे अपने सावरे। उस तो बाद कुड़ी नूं नाल लैके जनाब जिसले अपना आके दरवाज़ा खड़काया, आके कुड़ी ने दरवाज़ा खोलिया। उन्हें तकिया अब्बा जी ते नाल उन्हां दे कुड़ी। जिसले अंदर लैके उन्हें आख्या अब्बा जी ए कौन है? उन्हें आख्या जी ए तुहाडी जिहड़ी है अम्मा है। उन्हें आख्या अब्बा जी साडी अम्मा है? ये तो बिल्कुल साडे आण दी। उन्हें आख्या बिल्कुल तुहाडी अम्मा है ते मैं विआह कर लिया, मुड़ा अगू घर कोई नहीं सी है। जनाब सारे ताके हैरान परेशान हो गए। इतनी जवान कुड़ी ते सोहनी कुड़ी है चंगी भली जिहदे नाल अंकल शादी कीती सी। वो जिसले मुड़ा आया शामी उन्हें आके तकी तो उन्होंने
ਗੁੱਸੇ ਹੀ ਚੜ ਗਿਆ। ਉਹਨੇ ਆਖਿਆ ਅੱਬਾ ਜੀ ਇੱਧਰ ਜ਼ਰਾ ਸਾਈਡ ਤੇ ਆਵੋ। ਉਹਨੇ ਕੀ ਹੋ ਗਿਆ? ਉਹਨੇ ਆਖਿਆ ਅੱਬਾ ਜੀ ਇਹ ਕਿਹੜਾ ਤੁਸੀਂ ਕੰਮ ਕੀਤਾ? ਸਾਡੇ ਵਾਸਤੇ ਬੇਇੱਜ਼ਤੀ ਦਾ ਮੁਕਾਮ ਹੈ ਜਿਹੜਾ ਤੁਸੀਂ ਜਿਹੜਾ ਜਵਾਨ ਕੁੜੀ ਨਾਲ ਜਾ ਕੇ ਸ਼ਾਦੀ। ਉਹਨੇ ਕਿਹਾ ਯਾਰ ਕੁੜੀ ਮਜਬੂਰ ਹੈ, ਬਸ ਉਹਨਾਂ ਸ਼ਾਦੀ ਕਰਨੀ ਸੀ, ਮੈਂ ਉਹਦੇ ਨਾਲ ਨਿਕਾਹ ਕਰ ਲਿਆ। ਮੁੰਡੇ ਨਾਲ ਜ਼ਿਆਦਾ ਗੱਲਾਂ ਬਾਤਾਂ ਕੋ ਨਾ ਕੀਤੀਆਂ। ਖੈਰ ਕਰਦਿਆਂ ਕਰਾਇਆ ਚੁੱਪ ਕਰ ਗਏ। ਇਸ ਤਰ੍ਹਾਂ ਕਰੀ ਆਪਣੀ ਛੁੱਟੀ ਗੁਜ਼ਾਰ ਕੇ ਤੇ ਆਪਣੀ ਜਨਾਨੀ ਨੂੰ ਉੱਥੇ ਛੱਡ ਕੇ ਤੇ ਆਪੂ ਵਾਪਸ ਆ ਗਏ। ਅੱਗੂ ਜਿਹੜੀ ਮੁੰਡੇ ਦੀ ਜਨਾਨੀ ਸੀ ਉਹ ਜਿਹੜੀ ਆ ਬਿਲਕੁਲ ਮੋਟੀ ਤੇ ਪੱਕੇ ਜੇ ਰੰਗ ਦੀ। ਮੁੰਡਾ ਜਿਸ ਵੇਲੇ ਤੱਕਦਾ ਕਿ ਜਿਹੜੀ ਮੇਰੀ ਸੁਤੇਲੀ ਅੰਮਾ ਹੈ ਤੇ ਚੰਗੀ ਭਲੀ ਸੋਹਣੀ ਹੈ ਤੇ ਜਵਾਨ ਕੁੜੀ ਹੈ ਤੇ ਮੇਰੀ ਜਨਾਨੀ ਜਿਹੜੀ ਹੈ ਚੰਗੀ ਭਲੀ ਮੋਟੀ ਤੇ ਪੱਕੇ ਰੰਗ ਦੀ ਹੈ, ਅੱਬੇ ਨੇ ਮੇਰੇ ਨਾਲ ਜ਼ਿਆਦਤੀ ਕੀਤੀ ਹੈ। ਅੱਗੂ ਆਂਢ ਗੁਆਂਢ ਵੀ ਉਹਨੂੰ ਇਹੀ ਆਖਦੇ ਸੀ ਕਿ ਪੁੱਤਰ ਤੇਰੇ ਨਾਲ ਤੇ ਬੜੀ ਜ਼ਿਆਦਤੀ ਕੀਤੀ ਹੈ। ਆਪੂ ਤੇ ਅੱਬਾ ਜਿਹੜਾ ਬੜੀ ਸੋਹਣੀ ਜਿਹੜਾ ਆਪਣੇ ਵਾਸਤੇ ਜਨਾਨੀ ਲੈ ਕੇ ਆ, ਉਹਨੇ ਜਨਾਬ ਘਰ 'ਚ ਪੰਡੀ ਖਰਾਬੀ ਸ਼ੁਰੂ ਕਰਦੀ। ਚੰਗੀ ਭਲੀ ਉਹ ਪੰਡੀ ਖਰਾਬੀ ਪਾਈ ਰੱਖਦਾ ਸੀ। ਹਰ ਵਕਤ ਅੰਕਲ ਜਿਸ ਵੇਲੇ ਫੋਨ ਕਰਦੇ ਟੈਨਸ਼ਨ 'ਚ ਹੀ ਹੁੰਦੇ। ਉਹ ਨਾਲ ਦੇ ਜਵਾਨਾਂ ਨੇ ਆਖਿਆ, ਉਹਨੇ ਕਿਹਾ ਗੱਲ ਸੁਣੋ ਅੰਕਲ ਜੀ, ਇਹਦਾ ਵੀਜ਼ਾ ਕਢਾਓ ਤੇ ਇਹਨੂੰ ਵੀ ਇੱਥੇ ਦੁਬਈ ਮੰਗਾਓ, ਬਿਹਤਰ ਤਾਂ ਹੀ ਰਹੋਗੇ। ਉਹ ਅੰਕਲ ਆਖਿਆ ਚਲੋ ਜੀ ਮੈਂ ਇਸ ਤਰ੍ਹਾਂ ਹੀ ਕਰਨਾ ਜਨਾਬ। ਵੀਜ਼ਾ ਪਤਾ ਕੀਤਾ, ਮੁੰਡੇ ਦਾ ਵੀਜ਼ਾ ਲੈ ਕੇ ਚਲੇ ਦੁਬਈ ਮੰਗਾਇਆ। ਉਹ ਦੁਬਈ ਆ ਕੇ ਇਹ ਮਹੀਨੇ 2 ਹੋਏ ਸੀ ਤੇ ਉਹਨੇ ਆਖਿਆ ਅੱਬਾ ਜੀ ਮੈਂ ਵਾਪਸ ਜਾਣਾ। ਉਹਨੇ ਕਿਹਾ ਪੁੱਤਰ ਗੱਲ ਸੁਣ, ਮੈਨੂੰ ਸਾਲ ਡੇਢ ਹੋ ਗਿਆ, ਹੁਣ ਮੈਨੂੰ ਜਾਣ ਦੇ, ਤੂੰ ਇੱਥੇ ਕੰਮ ਕਰ। ਉਹਨੇ ਆਖਿਆ ਨਹੀਂ ਅੱਬਾ ਜੀ ਜੇ ਤੁਸੀਂ ਜਾਓਗੇ ਮੈਂ ਵੀ ਪਾਕਿਸਤਾਨ ਲਾਜ਼ਮੀ ਜਾਣਾ, ਮੈਂ ਇੱਥੇ ਨਹੀਂ ਰਹਿ ਸਕਦਾ। ਅੱਬੇ ਨੇ ਆਖਿਆ ਪੁੱਤਰ ਤੈਨੂੰ ਤੇ ਇੱਥੇ ਹੀ ਰਹਿਣਾ ਪਵੇਗਾ। ਮੈਂ ਜਿਹੜਾ ਪਾਕਿਸਤਾਨ ਚਲਾ, ਅੱਬੇ ਨੇ ਟਿਕਟ ਕਰਾਈ, ਉਹ ਪਾਕਿਸਤਾਨ ਟੁਰ ਗਿਆ। ਮਗਰੋਂ ਮੁੰਡੇ ਨੇ ਵੀ ਜਨਾਬ ਲਿਆ ਪਾਸਪੋਰਟ ਤੇ ਲੈ ਕੇ ਟਿਕਟ ਕਰਾ ਕੇ ਤੇ ਉਹ ਵੀ ਪਾਕਿਸਤਾਨ ਅੱਬੇ ਦੇ ਮਗਰ। ਜੋ ਹੀ ਅੱਬੇ ਦੇ ਮਗਰ ਘਰ ਪਹੁੰਚਿਆ, ਅੱਬਾ ਤਾਕੇ ਹੈਰਾਨ ਪਰੇਸ਼ਾਨ ਹੋ ਗਏ। ਉਹਨੇ ਆਖਿਆ ਤੂੰ ਕਿੱਧਰ ਆ ਗਏ ਬਗੈਰਤਾ, ਤੈਨੂੰ ਮੈਂ ਆਖਿਆ ਸੀ ਤੂੰ ਉੱਥੇ ਰਹਿ। ਅੱਬਾ ਜਿਸ ਵੇਲੇ ਉਹਨੂੰ ਮਾਰਨ ਲੱਗਾ ਸੋਟੀ ਲੈ ਕੇ ਉਹਨੇ ਜਨਾਬ ਸੋਟੀ ਖੋ ਕੇ ਅੱਬੇ ਨੂੰ ਕਮਰੇ 'ਚ ਲੈ ਗਿਆ। ਜਾ ਕੇ ਅੱਬੇ ਨੂੰ ਕੁੱਟਣਾ ਸ਼ੁਰੂ। ਉਹਨੇ ਕਿਹਾ ਅੱਬਾ ਪਹਿਲੀ ਤੇ ਗੱਲ ਹੈ ਜਿਹੜੀ ਮੇਰੇ ਵਾਸਤੇ ਤੂੰ ਜਨਾਨੀ ਢੂੰਡੀ ਹੈ ਉਹ ਤਾਕੇ ਸਾਰੇ ਮੇਰੇ ਨਾਲ ਗੱਲਾਂ ਕਰਦੇ ਨੇ, ਆਪਣੇ ਵਾਸਤੇ ਤੂੰ ਸੋਹਣੀ ਜਨਾਨੀ ਤਾਕੇ ਲੈਂਦੀ ਹੈ ਚੰਗੀ ਭਲੀ। ਹੁਣ ਤੂੰ ਮੇਰੀ ਗੱਲ ਸੁਣ, ਪਹਿਲਾਂ ਸਭ ਤੋਂ ਤੇ ਮਕਾਨ ਜਿਹੜਾ ਮੇਰੇ ਨਾਂ ਲਵਾ। ਉਹ ਪਹਿਲਾਂ ਤੇ ਅੱਬਾ ਮੰਨਦੇ ਹੀ ਕੋਈ। ਨੇ ਕਿਹਾ ਮੈਂ ਨਹੀਂ ਨਾਂ ਲਵਾਉਣਾ। ਭੈਣਾਂ ਵੀ ਅੱਗੇ ਪਿੱਛੇ ਹੋਈਆਂ ਛੱਡ ਦੇ ਅੱਬੇ ਨੂੰ। ਨੇ ਕਿਹਾ ਨਾ ਮੈਂ ਅੱਬੇ ਨੂੰ ਨਹੀਂ ਛੱਡਣਾ ਜਿੰਨੀ ਦੇਰ ਤੱਕ ਅੱਬਾ ਜਿਹੜਾ ਮਕਾਨ ਮੇਰੇ ਨਾਂ ਨਹੀਂ ਲਵਾਉਂਦਾ। ਇਹ ਸਾਡੀ ਸੁਤੇਲੀ ਅੰਮਾ ਜਿਹੜੇ ਸਾਰਾ ਕੁਝ ਸਾਡੇ ਕੋਲ ਲੈ ਜਾਏਗੀ, ਇਹ ਕਿਸ ਗੱਲ ਦਾ ਸਵਾਬ ਹੈ ਸਾਨੂੰ? ਉਹਨੇ ਜਨਾਬ ਅੱਬੇ ਤੇ ਚੰਗਾ ਭਲਾ ਪ੍ਰੈਸ਼ਰ ਪਾਇਆ। ਉਹਨੇ ਰਜਿਸਟਰੀ ਲੈ ਕੇ ਆਪਣੇ ਨਾਂ ਕਰਵਾ ਕੇ ਤੇ ਫਿਰ ਅੱਬੇ ਨੂੰ ਛੱਡਿਆ। ਉਸ ਤੋਂ ਬਾਅਦ ਜਿਹੜੇ ਕੋਲ ਅੱਬੇ ਕੋਲ ਪੈਸੇ ਜੋ ਜਨਾਨੀ ਦਾ ਜ਼ੇਵਰ ਸੀ ਸੁਤੇਲੀ ਦਾ ਉਹ ਵੀ ਜਨਾਬ ਉਹਦੇ ਕੋਲੋਂ ਲੈ ਲਿਆ ਉਹਨੇ। ਉਸ ਤੋਂ ਬਾਅਦ ਆਖਿਆ ਅੱਬਾ ਜੀ ਇਹਨੂੰ ਫੜੋ, ਜਿੱਥੇ ਲੈ ਕੇ ਜਾਣਾ ਜੇ ਤੁਸੀਂ ਲੈ ਜਾਓ। ਉਹਨੇ ਦੋਵਾਂ ਭੈਣਾਂ ਨੂੰ ਆਪਣੇ ਕੋਲ ਰੱਖ ਲਿਆ। ਅੱਬੇ ਦਾ ਜਿਹੜਾ ਉਹਨੂੰ ਫਿਰ ਛੱਡਿਆ ਆਪਣੇ ਜਿਹੜਾ ਸਾਹਵਰੇ, ਉੱਥੇ ਛੱਡ ਕੇ ਆਪੂ ਦੁਬਈ ਆ ਗਏ। ਜ਼ਾਹਰੀ ਗੱਲ ਉਸ ਮੁੰਡੇ ਨੇ ਦੋਵਾਂ ਭੈਣਾਂ ਦੀ ਸ਼ਾਦੀ ਕੀਤੀ ਨਾਲ। ਅੱਬੇ ਨੇ ਥੋੜੀ ਬਹੁਤ ਮਦਦ ਕੀਤੀ ਲੇਕਿਨ ਉਹਨੇ ਸੁਤੇਲੀ ਅੰਮਾ ਨੂੰ ਆਪਣੇ ਘਰ ਨਹੀਂ ਵੜਨ ਦਿੱਤਾ। ਸਿਰਫ ਇਸ ਵਜ੍ਹਾ ਤੋਂ ਨਹੀਂ ਵੜਨ ਦਿੱਤਾ ਕਿ ਇਹ ਜਿਹੜੀ ਹੈ ਜ਼ਿਆਦਾ ਸੋਹਣੀ ਹੈ ਮੇਰੀ ਜਨਾਨੀ ਨਾਲੋਂ। ਤੂੰ ਜਨਾਨੀ ਵੀ ਆਖਦੀ ਸੀ ਕਿ ਇਸ ਘਰ 'ਚ ਨਹੀਂ ਰਵੇਗੀ। ਬਹਰਾਲ ਉਹਨੇ ਅੱਬੇ ਨੂੰ ਤੇ ਛੱਡ ਦਿੱਤਾ ਲੇਕਿਨ ਭੈਣਾਂ ਦੀ ਉਹ ਫੁੱਲ ਸਪੋਰਟ ਕਰਦਾ ਰਿਹਾ। ਮਕਾਨ ਵੀ ਆਪਣੇ ਕੋਲ ਰੱਖ ਲਿਆ। ਉਸ ਤੋਂ ਬਾਅਦ ਆਪੂ ਵੀ ਉੱਥੇ ਦੁਬਈ ਜਾ ਕੇ ਕੰਮ ਸ਼ਾਮ ਕਰਨ ਲੱਗ ਪਿਆ ਲੇਕਿਨ ਅੱਬੇ ਨਾਲ ਉਹਨੇ ਗੱਲਬਾਤ ਨਹੀਂ ਰੱਖੀ। ਬੇਸ਼ੱਕ ਜਿਤਨੇ ਮਰਜ਼ੀ ਅਰਸਾ ਹੋ ਗਿਆ, ਕਹਿੰਦਾ ਮੈਂ ਅੱਬੇ ਨਾਲ ਦੁਬਾਰਾ ਜਿਹੜਾ ਬੋਲਿਆ ਚਾਲਿਆ ਨਹੀਂ ਹੈ। ਇਸ ਵਾਸਤੇ ਕੋਸ਼ਿਸ਼ ਕਰੋ ਪਹਿਲਾਂ ਔਲਾਦ ਨੂੰ ਰਾਜ਼ੀ ਕਰ ਲਓ, ਫਿਰ ਕੋਸ਼ਿਸ਼ ਕਰੋ ਕਿ ਦੂਸਰੀ ਸ਼ਾਦੀ ਕਰਨੀ ਹੈ। ਇਹ ਨਾ ਹੋਵੇ ਤੁਹਾਡੇ ਵਾਸਤੇ ਮਸਲਾ ਮਸਾਇਲ ਬਣ ਜਾਏ ਤੇ ਔਲਾਦ ਜਿਹੜੀ ਆ ਤੁਹਾਡੇ ਹੱਥੋਂ ਜਾਂਦੀ ਰਹੇ। ਇਸ ਵਾਸਤੇ ਕੋਸ਼ਿਸ਼ ਕਰਕੇ ਇਹਨਾਂ ਗੱਲਾਂ ਤੋਂ ਬਚੋ। ਬਾਕੀ ਸ਼ਾਦੀ ਕਰਨੀ ਚਾਹੀਦੀ ਹੈ, ਸ਼ਾਦੀ ਕਰਨਾ ਕੋਈ ਜੁਰਮ ਨਹੀਂ ਹੈ ਲੇਕਿਨ ਨਾਲ ਇਹ ਹੈ ਕਿ ਔਲਾਦ ਨੂੰ ਪਹਿਲਾਂ ਪਤਾ ਹੋਵੇ, ਉਹਨਾਂ ਨੂੰ ਰਾਜ਼ੀ ਕਰਕੇ ਫਿਰ ਤੁਸੀਂ ਸ਼ਾਦੀ ਕਰੋ। ਬਾਕੀ ਅਗਰ ਹੈ ਕਿ ਮੈਂ ਹਮੇਸ਼ਾ ਤੁਹਾਨੂੰ ਕਹਿਣਾ ਕਿ ਮੇਰੀ ਵੀਡੀਓ ਤੁਹਾਨੂੰ ਅਗਰ ਪਸੰਦ ਆਵੇ ਤਾਂ ਪਲੀਜ਼ ਯਾਰ ਲਾइक करा करो, कमेंट्स करा करो, सबसक्राइब कर दो तो दिल खुश होंदा। बाकी दुआवां याद रखा करो, अपनी सेहत का ख्याल रखा करो। सेहत है तो सब कुछ है। अल्लाह हाफिज़।